ਹੈਲੋ, ਮੈਂ ਤੁਹਾਡਾ ਸਾਰਿਆਂ ਦਾ ਇਸ ਔਨਲਾਈਨ ਵੀਡੀਓ ਸੈਸ਼ਨ ਦੇ ਲੈਕਚਰ ਨੰਬਰ 9 ਦੇ ਵਿੱਚ ਸਵਾਗਤ ਕਰਦਾ ਹਾਂ। ਆਈ ਐਮ ਸੋਨਜੀਤ ਰਾਹੁਲ, ਲੈਕਚਰਰ ਸਿਵਲ ਇਨ ਗਵਰਨਮੈਂਟ ਪੋਲੀਟੈਕਨਿਕਲ ਕਾਲਜ ਤਲਵਾੜਾ, ਪੰਜਾਬ। This is the lecture number 9 of reinforced cement concrete design subject, which is a diploma level subject of the civil engineering in the 5th semester। ਇਸ ਚੈਪਟਰ ਦੇ ਵਿੱਚ ਆਪਾਂ ਇਸ ਵੀਡੀਓ ਦੇ ਵਿੱਚ ਆਪਾਂ ਚੈਪਟਰ ਨੰਬਰ 3 ਨੂੰ ਹੀ ਕੰਟੀਨਿਊ ਕਰਾਂਗੇ। ਚੈਪਟਰ 3 ਦਾ ਪਾਰਟ 3। ਇਸ ਤੋਂ ਪਹਿਲਾਂ ਵਾਲੀਆਂ ਲੈਕਚਰ ਦੇ ਵਿੱਚ ਆਪਾਂ ਪਾਰਟ 1 ਅਤੇ ਪਾਰਟ 2 ਡਿਸਕਸ ਕਰ ਚੁੱਕੇ ਹਾਂ। ਚੈਪਟਰ ਨੇਮ ਸੀ ਸ਼ੀਅਰ ਐਂਡ ਡਿਵੈਲਪਮੈਂਟ ਲੈਂਥ। ਪ੍ਰੀਵੀਅਸ ਲੈਕਚਰਸ ਜਿਹੜੇ ਸੀ ਚੈਪਟਰ 3 ਦੇ, ਉਹਦੇ ਵਿੱਚ ਆਪਾਂ ਡਿਸਕਸ ਕੀਤਾ ਸੀ ਸ਼ੀਅਰ ਕੀ ਹੁੰਦੀ ਹੈ, ਸ਼ੀਅਰ ਫੋਰਸ ਕੀ ਹੁੰਦੇ ਹੈ, ਵੇਰੀਅਸ ਟਾਈਪਸ ਆਫ ਕਰੈਕਸ ਕੀ ਹੁੰਦੇ, ਇਸ ਤੋਂ ਕਿੱਦਾਂ ਬਚਿਆ ਜਾ ਸਕਦਾ ਹੈ, ਟਾਈਪਸ ਆਫ ਸ਼ੀਅਰ ਸਟਿਰਪਸ, ਕਿਹੜੇ ਫੈਕਟਰਸ ਆ ਜਿਹੜੇ ਕਿ ਸ਼ੀਅਰ ਰਜਿਸਟੈਂਸ ਨੂੰ ਇਫੈਕਟ ਕਰਦੇ ਆ, ਕ੍ਰਿਟੀਕਲ ਸੈਕਸ਼ਨ ਕੀ ਹੁੰਦਾ ਸ਼ੀਅਰ ਦੇ ਲਈ, ਕਿਹੜੇ ਕ੍ਰਿਟੀਕਲ ਸੈਕਸ਼ਨ ਹੁੰਦੇ ਆ। ਸੋ ਇੰਨਾ ਆਪਾਂ ਪੜ੍ਹ ਚੁੱਕੇ ਹਾਂ। ਤਾਂ ਇਸ ਲੈਕਚਰ ਦੇ ਵਿੱਚ ਆਪਾਂ ਪੜ੍ਹਾਂਗੇ ਸ਼ੀਅਰ ਰੀਇਨਫੋਰਸਮੈਂਟ ਵਿਦ ਵਰਕਿੰਗ ਸਟ੍ਰੈਸ ਮੈਥਡ ਜਾਂ ਲਿਮਿਟ ਸਟੇਟ ਮੈਥਡ ਦੇ ਨਾਲ। ਸ਼ੀਅਰ ਰੀਇਨਫੋਰਸਮੈਂਟ ਦੋਨੋਂ ਮੈਥਡ ਦੇ ਨਾਲ ਪੜ੍ਹਾਂਗੇ, ਵਰਕਿੰਗ ਸਟ੍ਰੈਸ ਮੈਥਡ ਦੇ ਨਾਲ ਵੀ, ਲਿਮਿਟ ਸਟੇਟ ਮੈਥਡ ਦੇ ਨਾਲ ਵੀ। ਨੋਮੀਨਲ ਸ਼ੀਅਰ ਸਟ੍ਰੈਸ ਜਿਹੜੀ ਨੋਮੀਨਲ ਸ਼ੀਅਰ ਸਟ੍ਰੈਸ ਕੀ ਹੁੰਦੀ ਹੈ, ਸ਼ੀਅਰ ਸਟ੍ਰੈਸ ਮਤਲਬ RCC ਬੀਮ ਦੇ ਵਿੱਚ ਕੀ ਹੁੰਦੀ ਉਹ ਪੜ੍ਹਾਂਗੇ। ਸ਼ੀਅਰ ਸਟਰੈਂਥ ਆਫ ਕੰਕਰੀਟ ਵਿਦਾਊਟ ਸ਼ੀਅਰ ਰੀਇਨਫੋਰਸਮੈਂਟ ਐਜ਼ ਪਰ ਵਰਕਿੰਗ ਸਟ੍ਰੈਸ ਮੈਥਡ ਐਂਡ ਲਿਮਿਟ ਸਟੇਟ ਮੈਥਡ ਇਹ ਵੀ ਪੜ੍ਹਾਂਗੇ। ਮੈਕਸੀਮਮ ਸ਼ੀਅਰ ਸਟ੍ਰੈਸ ਐਜ਼ ਪਰ ਵਰਕਿੰਗ ਸਟ੍ਰੈਸ ਮੈਥਡ ਐਂਡ ਐਜ਼ ਪਰ ਲਿਮਿਟ ਸਟੇਟ ਮੈਥਡ। ਮਿਨੀਮਮ ਸ਼ੀਅਰ ਰੀਇਨਫੋਰਸਮੈਂਟ ਕਿੰਨੀ ਹੁੰਦੀ ਅਤੇ ਕਿਉਂ ਪ੍ਰੋਵਾਈਡ ਕਰਨੀ ਚਾਹੀਦੀ, ਇਹ ਆਪਾਂ ਇਸ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਹੈ ਸ਼ੀਅਰ ਰੀਇਨਫੋਰਸਮੈਂਟ ਵਿਦ ਵਰਕਿੰਗ ਸਟ੍ਰੈਸ ਮੈਥਡ। ਸਭ ਤੋਂ ਪਹਿਲਾਂ ਹੈ ਨੋਮੀਨਲ ਸ਼ੀਅਰ ਸਟ੍ਰੈਸ ਜਾਂ ਸ਼ੀਅਰ ਸਟ੍ਰੈਸ ਇਨ RCC ਬੀਮਸ ਐਜ਼ ਪਰ IS 456/2000 ਕਲੌਜ਼ ਨੰਬਰ B 5.1। ਇਹ ਵਾਲੀਆਂ ਕਲੌਜ਼ ਨੰਬਰ ਤੁਸੀਂ ਜ਼ਰੂਰ ਇੱਕ ਵਾਰੀ ਕੋਡ ਨੂੰ ਓਪਨ ਕਰਕੇ ਜ਼ਰੂਰ ਪੜ੍ਹ ਲੈਣਾ। ਇਹ ਸਭ ਕੁਝ ਜੋ ਵੀ ਲਿਖਿਆ ਹੋਇਆ ਐਜ਼ ਪਰ ਪੋਰਟਲ ਪ੍ਰੋਵੀਜ਼ਨ ਦੁਆਰਾ ਹੀ ਲਿਖਿਆ ਹੋਇਆ ਹੈ। ਸੋ ਇਸ ਨੂੰ ਇੱਕ ਵਾਰੀ ਤੁਸੀਂ ਵੀ ਜ਼ਰੂਰ ਓਪਨ ਕਰਕੇ ਕੋਡ ਨਾਲ ਰੱਖੋ ਤਾਂ ਕਿ ਨਾਲ ਦੀ ਨਾਲ ਤੁਸੀਂ ਇਸ ਕੋਡ ਨੂੰ ਵੀ ਥੋਰੋਲੀ ਸਟੱਡੀ ਕਰ ਸਕੋ। ਇਸ ਦੇ ਨਾਲ ਤੁਹਾਨੂੰ ਇੱਕ ਆਈਡੀਆ ਹੋ ਜਾਏਗਾ ਕਿਹੜੀ ਚੀਜ਼ ਕਿੰਨੇ ਪੇਜ ਨੰਬਰ 'ਤੇ ਹੈ। ਇਹ ਚੈਪਟਰ ਖਤਮ ਹੋਣ ਤੋਂ ਬਾਅਦ ਜਿਹੜੇ ਅਨੈਕਚਰ B 5.1 ਉਹ ਤੁਸੀਂ ਰੈਫਰ ਕਰ ਸਕਦੇ ਹੋ। ਇਹਦੇ ਵਿੱਚ ਇੱਕ ਅਜ਼ੰਪਸ਼ਨ ਆ, ਜਦੋਂ ਆਪਾਂ ਕਿਸੇ ਵੀ ਸ਼ੀਅਰ ਰੀਇਨਫੋਰਸਮੈਂਟ ਦਾ ਡਿਜ਼ਾਈਨ ਕਰਦੇ ਹਾਂ, ਅਗਰ ਕੋਈ RCC ਬੀਮ ਹੈ ਅਤੇ ਜਿਹੜਾ ਕੰਕਰੀਟ ਦਾ ਏਰੀਆ ਹੋਏਗਾ ਨਿਊਟਰਲ ਐਕਸਿਸ ਤੋਂ ਨੀਚੇ ਵਾਲਾ, ਉਹਨੂੰ ਆਪਾਂ ਨਿਗਲੈਕਟ ਕਰ ਦਿੰਦੇ ਹਾਂ। ਤਾਂ ਕਿ ਜਿਹੜੀ ਸ਼ੀਅਰ ਫੋਰਸ ਜਿਹੜੀ ਡਿਵੈਲਪ ਹੋਏਗੀ ਉਹ ਆਪਾਂ ਨੂੰ ਉਹ ਰਜਿਸਟ ਕਰਦਾ ਸਿਰਫ ਬੌਂਡ ਜਿਹੜਾ ਕਿ ਕੰਕਰੀਟ ਅਤੇ ਸਟੀਲ ਦੇ ਵਿੱਚ ਹੋਏਗਾ। ਅਤੇ ਕੰਕਰੀਟ ਏਰੀਆ ਜਿੰਨਾ ਵੀ ਨਿਊਟਰਲ ਐਕਸਿਸ ਤੋਂ ਨੀਚੇ ਹੋਏਗਾ ਉਹਨੂੰ ਨਿਗਲੈਕਟ ਕਰਕੇ ਮੰਨਣਾ, ਆਪਾਂ ਨਿਗਲੈਕਟ ਕਰਕੇ ਚੱਲਣਾ। ਸ਼ੀਅਰ ਸਟ੍ਰੈਸ ਜਿਹੜੀਆਂ RCC ਬੀਮ ਦੇ ਵਿੱਚ ਹੋਣਗੀਆਂ ਉਹ ਇਨਕਰੀਜ਼ ਹੋਣਗੀਆਂ ਟੋਪ ਫੇਸ 'ਤੇ 0 ਤੋਂ ਮੈਕਸੀਮਮ ਵੈਲਿਊ ਹੋਏਗੀ ਨਿਊਟਰਲ ਐਕਸਿਸ 'ਤੇ, ਅਤੇ ਨਿਊਟਰਲ ਐਕਸਿਸ ਤੋਂ ਨੀਚੇ ਇਹ ਕੰਟੀਨਿਊ ਰਹੇਗੀ। ਸ਼ੀਅਰ ਸਟ੍ਰੈਸ ਡਾਇਗਰਾਮ ਤੁਸੀਂ ਦੇਖ ਸਕਦੇ ਹੋ। ਇੱਕ ਤਾਂ ਪੈਰਾਬੋਲਿਕ ਕਰਵ ਆ ਉਹ ਐਜ਼ ਪਰ ਇਲਾਸਟਿਕ ਥਿਊਰੀ ਮੀਨਸ ਐਜ਼ ਪਰ ਵਰਕਿੰਗ ਸਟ੍ਰੈਸ ਮੈਥਡ ਹੈ। ਇੱਕ ਜਿਹੜੀ ਤੁਸੀਂ ਡਾਇਗਰਾਮ ਦੇਖੋਗੇ ਉਹ ਰਿਕਟੈਂਗੂਲਰ ਆ, ਉਹ ਹੈ ਐਜ਼ ਪਰ ਕੋਡ, ਮਤਲਬ ਐਜ਼ ਪਰ IS 456। ਦਿਸ ਇਜ਼ ਦਾ ਡਿਫਰੈਂਸ ਬਿਟਵੀਨ ਦਾ ਵਰਕਿੰਗ ਸਟ੍ਰੈਸ ਮੈਥਡ ਐਂਡ ਲਿਮਿਟ ਸਟੇਟ ਮੈਥਡ। ਦੋ ਤਰ੍ਹਾਂ ਦੀਆਂ ਸ਼ੀਅਰ ਸਟ੍ਰੈਸ ਡਾਇਗਰਾਮ ਆ, ਇੱਕ ਇਲਾਸਟਿਕ ਥਿਊਰੀ ਦੇ ਅਕੋਰਡਿੰਗ, ਇੱਕ ਕੋਡਲ ਪ੍ਰੋਵੀਜ਼ਨ ਦੇ ਅਕੋਰਡਿੰਗ। ਜਿਹੜੀ ਐਕਸਿਸ ਆ NA ਤੁਸੀਂ ਦੇਖਦੇ ਹੋ ਇਹ ਨਿਊਟਰਲ ਐਕਸਿਸ ਆ। ਜਿਹੜੇ ਸ਼ੀਅਰ ਸਟ੍ਰੈਸ ਹੋਏਗੀ ਪਹਿਲਾਂ 0 ਹੋਏਗੀ ਟੋਪ ਐਜ 'ਤੇ, ਫਿਰ ਇਨਕਰੀਜ਼ ਕਰੇਗੀ ਟੂ ਦਾ ਨਿਊਟਰਲ ਐਕਸਿਸ ਅਤੇ ਮੈਕਸੀਮਮ, ਫਿਰ ਉਸ ਤੋਂ ਬਾਅਦ ਯੂਨੀਫਾਰਮ ਰਹੇਗੀ ਐਜ਼ ਪਰ ਇਲਾਸਟਿਕ ਥਿਊਰੀ।
simply cross section. B is the width, D capital D is the overall depth, small d is the effective depth, small d is the distance from the top compression edge to the center of the tensile reinforcement. N is the depth of the neutral axis, and distance between the top compression edge and between the neutral axis. Nominal shear stress tau b. Q is the maximum shear stress. ਨੋਮੀਨਲ ਸ਼ੀਅਰ ਸਟ੍ਰੈਸ ਨੂੰ ਡਿਨੋਟ ਕਰਨਾ ਟਾਓ ਬੀ ਦੇ ਨਾਲ। ਦਿਸ ਸਿੰਬਲ ਇਜ਼ ਟਾਓ ਬੀ। ਜਿਹੜੀ ਮੈਕਸੀਮਮ ਸ਼ੀਅਰ ਸਟ੍ਰੈਸ ਹੋਏਗੀ ਇਲਾਸਟਿਕ ਥਿਊਰੀ ਤੋਂ ਜਿਹੜੀ ਆਪਾਂ ਓਬਟੇਨ ਕਰਾਂਗੇ ਉਹ ਕਿਊ ਹੋਏਗੀ, ਕਿਊ ਅਪੋਨ ਬੀ ਜੇ ਡੀ। ਜੇ ਇਜ਼ ਦਾ ਕੌਨਸਟੈਂਟ। ਅਤੇ ਐਜ਼ ਪਰ IS 456 ਦੀ ਗੱਲ ਕਰੀਏ ਤਾਂ ਨੋਮੀਨਲ ਸ਼ੀਅਰ ਸਟ੍ਰੈਸ ਦੀ ਵੈਲਿਊ ਹੈ ਟਾਓ ਬੀ ਇਜ਼ ਇਕੁਅਲ ਟੂ V ਅਪੋਨ ਬੀ ਡੀ। ਟਾਓ ਬੀ ਦ ਨੋਮੀਨਲ ਸ਼ੀਅਰ ਸਟ੍ਰੈਸ, B the shear force in the beam at the critical section, small b is the width of the beam, small d is the effective depth। ਨੀਚੇ ਇੱਕ ਨੋਟ ਲਿਖਿਆ ਹੋਇਆ ਨਹੀਂ ਆਪਾਂ ਪਹਿਲਾਂ ਪ੍ਰੀਵੀਅਸ ਸਲਾਈਡ ਦੇ ਵਿੱਚ ਫਿਗਰ ਦੇਖੀ ਸੀ, ਉਹਦੇ ਵਿੱਚ ਜਿਹੜੀ ਮੈਕਸੀਮਮ ਸ਼ੀਅਰ ਸਟ੍ਰੈਸ ਆ ਉਹ V ਅਪੋਨ BJD ਐਜ਼ ਓਬਟੇਨਡ ਫਰੋਮ ਦ ਇਲਾਸਟਿਕ ਥਿਊਰੀ ਇਜ਼ ਗ੍ਰੇਟਰ ਹੋਏਗੀ ਨੋਰਮਲ ਸ਼ੀਅਰ ਸਟ੍ਰੈਸ ਜਾਂ ਐਵਰੇਜ ਸ਼ੀਅਰ ਸਟ੍ਰੈਸ, ਜਿਹੜੀ ਕਿ ਆਪਾਂ ਕੋਰਲ ਪ੍ਰੋਵੀਜ਼ਨ ਦੇ ਵਿੱਚ ਸੁਜੈਸਟ ਕੀਤੀ ਗਈ ਹੈ। ਨੈਕਸਟ ਹੈ ਸ਼ੀਅਰ ਸਟਰੈਂਥ ਆਫ ਦੀ ਕੰਕਰੀਟ। ਕੰਕਰੀਟ ਦੀ ਸ਼ੀਅਰ ਸਟਰੈਂਥ ਕਿੰਨੀ ਹੋਏਗੀ ਅਗਰ ਆਪਾਂ ਉਹਦੇ ਵਿੱਚ ਕੋਈ ਵੀ ਸ਼ੀਅਰ ਰੀਇਨਫੋਰਸਮੈਂਟ ਐਡਿਊਸ ਨਹੀਂ ਕਰਦੇ ਐਜ਼ ਪਰ ਵਰਕਿੰਗ ਸਟ੍ਰੈਸ ਮੈਥਡ, ਐਜ਼ ਪਰ IS 456 2000 ਕਲੌਜ਼ ਨੰਬਰ B 5.2 ਐਜ਼ ਪਰ ਵਰਕਿੰਗ ਸਟ੍ਰੈਸ ਮੈਥਡ। ਇਹ ਜਿਹੜੀਆਂ ਦੋਨੋਂ ਜੋ ਵੀ ਆਪਾਂ ਅੱਗੇ ਪੜ੍ਹਾਂਗੇ ਸ਼ੀਅਰ ਸਟਰੈਂਥ ਜਾਂ ਮੈਕਸੀਮਮ ਸ਼ੀਅਰ ਸਟਰੈਂਥ ਜਾਂ ਮਿਨੀਮਮ ਸ਼ੀਅਰ ਰੀਇਨਫੋਰਸਮੈਂਟ ਐਜ਼ ਪਰ ਵਰਕਿੰਗ ਸਟ੍ਰੈਸ ਮੈਥਡ ਪਹਿਲਾਂ ਪੜ੍ਹਾਂਗੇ, ਫਿਰ ਐਜ਼ ਪਰ ਲਿਮਿਟ ਸਟੇਟ ਮੈਥਡ ਪੜ੍ਹਾਂਗੇ। ਜਿਹੜਾ ਤੁਹਾਡੇ ਸਿਲੇਬਸ ਦੇ ਵਿੱਚ ਮੈਂਸ਼ਨ ਹੈ ਐਜ਼ ਪਰ ਵਰਕਿੰਗ ਸਟ੍ਰੈਸ ਮੈਥਡ ਹੀ ਹੈ, ਬਟ ਐਜ਼ ਪਰ ਲਿਮਿਟ ਸਟੇਟ ਮੈਥਡ ਤੁਹਾਨੂੰ ਪਤਾ ਹੋਣਾ ਚਾਹੀਦਾ ਅਗਰ ਸ਼ੀਅਰ ਰੀਇਨਫੋਰਸਮੈਂਟ ਦਾ ਡਿਜ਼ਾਈਨ ਕਿਵੇਂ ਕਰੀਦਾ ਹੈ। ਸੋ ਪਹਿਲਾਂ ਆਪਾਂ ਵਰਕਿੰਗ ਸਟ੍ਰੈਸ ਮੈਥਡ ਦੇ ਅਕੋਰਡਿੰਗ ਸ਼ੀਅਰ ਸਟਰੈਂਥ ਆਫ ਕੰਕਰੀਟ ਨੂੰ ਪੜ੍ਹਦੇ ਹਾਂ। ਸ਼ੀਅਰ ਸਟਰੈਂਥ ਨੂੰ ਡਿਨੋਟ ਕਰੀਦਾ ਕੰਕਰੀਟ ਦੀ ਟਾਓ C। ਇਹ ਡਿਪੈਂਡ ਕਰਦੀ ਹੈ ਕਿਹੜਾ ਗ੍ਰੇਡ ਆ ਕੰਕਰੀਟ ਦਾ FCK ਐਂਡ ਪਰਸੈਂਟੇਜ ਆਫ ਦੀ ਟੈਂਸਾਈਲ ਸਟੀਲ ਹੁਣ ਡਿਨੋਟ ਕਰਦਾ ਹੈ PT। ਐਜ਼ ਪਰ IS 456 ਮੈਗਨੀਟਿਊਡ ਜਿਹੜਾ ਹੋਏਗਾ ਕਿਸੇ ਵੀ ਡਿਜ਼ਾਈਨ ਸ਼ੀਅਰ ਸਟਰੈਂਥ ਦਾ ਕੰਕਰੀਟ ਦੇ ਲਈ ਬੀਮ ਦੇ ਕੇਸ ਦੇ ਵਿੱਚ ਜਿਹਦੇ ਵਿੱਚ ਸ਼ੀਅਰ ਰੀਇਨਫੋਰਸਮੈਂਟ ਨਹੀਂ ਹੈ ਉਹ ਦਿੱਤਾ ਹੋਇਆ ਇਨ ਦਾ ਟੇਬਲ ਨੰਬਰ 23 ਔਨ ਪੇਜ ਨੰਬਰ 84 ਆਫ IS 456 2000। ਸੋ ਪਲੀਜ਼ ਇਹ ਓਪਨ ਕਰਕੇ ਟੇਬਲ ਨੂੰ ਇੱਕ ਵਾਰੀ ਜ਼ਰੂਰ ਰੈਫਰ ਕਰ ਲੈਣਾ। ਇਹ ਜਿਹੜਾ ਟੇਬਲ ਨੰਬਰ 23 ਹੈ ਇਹ ਵਰਕਿੰਗ ਸਟ੍ਰੈਸ ਮੈਥਡ ਦੇ ਲਈ ਹੈ, ਲਿਮਿਟ ਸਟੇਟ ਮੈਥਡ ਦੇ ਲਈ ਟੇਬਲ ਨੰਬਰ ਕੁਛ ਹੋਰ ਹੈ। ਇਹ ਟੇਬਲ ਨੰਬਰ ਇਸ ਤਰ੍ਹਾਂ ਦਾ ਟੇਬਲ ਤੁਸੀਂ ਦੇਖੋਗੇ ਟੇਬਲ ਨੰਬਰ 23 ਪੇਜ ਨੰਬਰ 84 ਦੇ ਉੱਪਰ ਪਰਮਿਸੀਬਲ ਸ਼ੀਅਰ ਸਟ੍ਰੈਸ ਇਨ ਕੰਕਰੀਟ ਇੱਕ ਸਾਈਡ 'ਤੇ ਗ੍ਰੇਡ ਲਿਖੇ ਹੋਏ ਹੈ ਕੰਕਰੀਟ ਦੇ, ਇੱਕ ਸਾਈਡ 'ਤੇ ਪਰਸੈਂਟੇਜ ਆਫ ਦੀ ਟੈਂਸਾਈਲ ਰੀਇਨਫੋਰਸਮੈਂਟ, percentage of tensile reinforcement AS upon small bd, small b is the width, small d is the effective depth। ਇਸੇ ਤਰ੍ਹਾਂ ਹੀ ਇਸ ਵੈਲਿਊਜ਼ ਨੂੰ ਆਪਾਂ ਇੰਟਰਪਲੇਟ ਕਰਕੇ ਅਕੋਰਡਿੰਗ ਟੂ ਪਰਸੈਂਟੇਜ ਆਫ ਟੈਂਸਾਈਲ ਰੀਇਨਫੋਰਸਮੈਂਟ permissible shear stress in concrete calculate ਕਰ ਸਕਦੇ ਹਾਂ, that is shear strength of the concrete as per working stress method। next ਹੈ shear strength of concrete without shear reinforcement as per limit state method as per IS 456 2000 clause number 40.2.1। ਐਜ਼ ਪਰ IS 456 ਜਿਹੜਾ ਡਿਜ਼ਾਈਨ ਸ਼ੀਅਰ ਸਟਰੈਂਥ ਕੰਕਰੀਟ ਦੀ ਬੀਮ ਦੇ ਵਿੱਚ ਹੋਏਗੀ ਵਿਦਾਊਟ ਸ਼ੀਅਰ ਰੀਇਨਫੋਰਸਮੈਂਟ ਉਹ ਟੇਬਲ ਨੰਬਰ 19 ਪੇਜ ਨੰਬਰ 73 ਦੇ ਉੱਪਰ ਦਿੱਤਾ ਹੋਇਆ ਹੈ। ਸੋ ਤੁਸੀਂ ਡਾਇਰੈਕਟਲੀ ਦੇ ਸਕਦੇ ਹੋ। ਇਹਦੇ ਲਈ ਟੇਬਲ ਨੰਬਰ 19 ਅਤੇ ਵਰਕਿੰਗ ਸਟ੍ਰੈਸ ਮੈਥਡ ਦੇ ਲਈ ਟੇਬਲ ਨੰਬਰ 23 ਸੀ। ਟੇਬਲ ਨੰਬਰ 19 ਵੀ ਆਪਾਂ ਇੱਕ ਵਾਰੀ ਦੇਖ ਲੈਂਦੇ ਹਾਂ, ਕੋਡ ਦੇ ਉੱਪਰ ਤੁਸੀਂ ਇੱਕ ਵਾਰੀ ਜ਼ਰੂਰ ਦੇਖ ਲੈਣਾ। ਵੈਲਿਊਜ਼ ਇਹਦੀਆਂ ਕੁਛ ਹੋਰ ਹੋਣਗੀਆਂ। ਡਿਜ਼ਾਈਨ ਸ਼ੀਅਰ ਸਟਰੈਂਥ ਦੈਟ ਇਜ਼ ਟਾਓ ਸੀ, ਬਾਕੀ ਸੇਮ ਹੈ ਇਸ ਤਰ੍ਹਾਂ ਗ੍ਰੇਡ ਇਹਦਾ ਪਰਸੈਂਟੇਜ ਆਫ ਟੈਂਸਾਈਲ ਰੀਇਨਫੋਰਸਮੈਂਟ ਇਹਨੂੰ ਇੰਟਰਪੋਲੇਸ਼ਨ ਕਰਕੇ ਸਿੰਪਲੀ ਸ਼ੀਅਰ ਸਟਰੈਂਥ ਆਫ ਕੰਕਰੀਟ ਦੀ ਵੈਲਿਊ ਕੈਲਕੂਲੇਟ ਕਰ ਸਕਦੇ ਹਾਂ। ਨੈਕਸਟ ਹੈ ਮੈਕਸੀਮਮ ਸ਼ੀਅਰ ਸਟ੍ਰੈਸ। ਮੈਕਸੀਮਮ ਸ਼ੀਅਰ ਸਟ੍ਰੈਸ ਨੂੰ ਡਿਨੋਟ ਕਰਦੇ ਟਾਓ ਸੀ ਮੈਕਸ ਦੇ ਨਾਲ। ਪਹਿਲਾਂ ਆਪਾਂ ਪੜ੍ਹਾਂਗੇ ਐਜ਼ ਪਰ ਵਰਕਿੰਗ ਸਟ੍ਰੈਸ ਮੈਥਡ ਐਜ਼ ਪਰ IS 456 2000 ਦਿਸ ਕਲੌਜ਼ ਨੰਬਰ। ਅਗਰ ਨੋਮੀਨਲ ਸ਼ੀਅਰ ਸਟ੍ਰੈਸ ਦੀ ਵੈਲਿਊ ਸ਼ੀਅਰ ਸਟਰੈਂਥ ਆਫ ਕੰਕਰੀਟ ਦੇ ਨਾਲੋਂ ਘੱਟ ਹੁੰਦੀ ਹੈ, ਮਿਨੀਮਮ ਸ਼ੀਅਰ ਰੀਇਨਫੋਰਸਮੈਂਟ ਪ੍ਰੋਵਾਈਡ ਕਰਨੀ ਪੈਂਦੀ ਹੈ। ਬਟ ਕਿਸੇ ਵੀ ਹਾਲਾਤਾਂ ਦੇ ਵਿੱਚ ਸ਼ੀਅਰ ਰੀਇਨਫੋਰਸਮੈਂਟ ਜਿਹੜੀ ਤੁਸੀਂ ਪ੍ਰੋਵਾਈਡ ਕਰਨੀ ਹੈ ਉਹਦੇ ਵਿੱਚ ਟਾਓ ਵੀ ਦੀ ਵੈਲਿਊ ਟਾਓ ਸੀ ਮੈਕਸ ਨਾਲੋਂ ਐਕਸੀਡ ਨਹੀਂ ਕਰਨੀ ਚਾਹੀਦੀ।
ਜਿਹੜੀ ਟਾਓ ਸੀ ਮੈਕਸ ਦੀ ਵੈਲਿਊ ਕਿੰਨੀ ਹੋਏਗੀ ਵਰਕਿੰਗ ਸਟ੍ਰੈਸ ਮੈਥਡ ਦੇ ਲਈ, ਉਹ ਟੇਬਲ ਨੰਬਰ 24 ਦੇ ਵਿੱਚ ਪੇਜ ਨੰਬਰ 85 S456 2000 ਦੇ ਉੱਪਰ ਦਿੱਤੀ ਹੋਈ ਹੈ, ਤਾਂ ਕਿ ਕੰਕਰੀਟ ਦੇ ਵਿੱਚ ਕ੍ਰੈਕਸ ਆਉਣ ਤੋਂ ਬਚਿਆ ਜਾ ਸਕੇ। ਇਹ ਵੀ ਟੇਬਲ ਤੁਸੀਂ ਇੱਕ ਵਾਰੀ ਥੋਰਲੀ ਦੇਖ ਲਓ। ਵੈਲਿਊਜ਼ ਦਿੱਤੀਆਂ ਹੋਈਆਂ ਟਾਓ ਸੀ ਮੈਕਸ ਦੀਆਂ ਫॉर द डिफरेंट ग्रेड्स ऑफ द सीमेंट कंक्रीट, मैक्सिमम shear strength of the कंक्रीट एज पर वर्किंग स्ट्रेस मैथड। इसी तरह है मैक्सिमम shear stress एज पर लिमिट स्टेट मैथड, ये क्लॉज नंबर है दिस टेबल नंबर 20। वर्किंग स्ट्रेस मैथड के लिए टेबल नंबर 24, shear ਤੇ ਲਿਮਿਟ ਸਟੇਟ ਮੈਥਡ ਦੇ ਲਈ ਟੇਬਲ ਨੰਬਰ 20। ਸੋ ਇਹ ਟੇਬਲ ਨੂੰ ਜ਼ਰੂਰ ਰੈਫਰ ਕਰਨਾ ਐਜ਼ ਪਰ ਵਰਕਿੰਗ ਸਟ੍ਰੈਸ ਮੈਥਡ ਵੀ, ਐਜ਼ ਪਰ ਲਿਮਿਟ ਸਟੇਟ ਮੈਥਡ ਵੀ। ਨੈਕਸਟ ਹੈ ਮਿਨੀਮਮ ਸ਼ੇਅਰ ਰੀਇਨਫੋਰਸਮੈਂਟ। मिनिमम शेयर रीइंफोर्समेंट एज पर वर्किंग स्ट्रेस मैथड एज पर क्लॉज नंबर दिस जी नॉमिनल शेयर स्ट्रेस की वैल्यू अगर शेयर स्ट्रेंथ ऑफ कंक्रीट की वैल्यू नालों घट होएगी तो उत्थे कोई भी शेयर रीइंफोर्समेंट प्रोवाइड करने की जरूरत नहीं होंगी, बट मिनिमम शेयर रीइंफोर्समेंट हमेशा प्रोवाइड करना एज पर IS 456 क्लॉज नंबर दिस। वो कितनी होएगी तुसी क्लॉज नंबर B5.3 ਦੇ ਵਿੱਚ ਦੇਖ ਸਕਦੇ ਹੋ। मिनिमम शेयर रीइंफोर्समेंट ਜਿਹੜੀ ਹੋਏਗੀ अगर टाऊ की वैल्यू टाऊ सी नालों घट है तो टेबल नंबर 23 ਦੇ ਵਿੱਚ जो भी दी हुई सी मिनिमम शेयर रीइंफोर्समेंट प्रोवाइड करांगे ਆਪਾਂ अकॉर्डिंग टू क्लॉज नंबर 26.5.1.6। क्लॉज नंबर 26.5.1.6 की है इत्थे एक मिनिमम शेयर रीइंफोर्समेंट के लिए फॉर्मूला दिता हुआ है ASB इज इक्वल टू 0.8487 FY। ASB की है टोटल क्रॉस सेक्शन एरिया ऑफ द स्टिरअप लेग्स इफेक्टिव इन shear, SB द स्पेसिंग along the length of the member, B small b the width of the member, FY the characteristic strength of steel reinforcement which shall not be taken greater than 4.5 न्यूटन पर mm के। तो इस तो आप मिनिमम रीइंफोर्समेंट फाइंड कर सकते, ये हमेशा प्रोवाइड करनी है, ये है फॉर्मूला एज पर वर्किंग स्ट्रेस मैथड। नैक्सट है मिनिमम शेयर रीइंफोर्समेंट एज पर लिमिट स्टेट मैथड एज पर क्लॉज नंबर 40.3। ये भी सेम है जिदा आप वर्किंग स्ट्रेस मैथड के पढ़िया, अगर नॉमिनल शेयर स्ट्रेस की वैल्यू शेयर स्ट्रेंथ ऑफ कंक्रीट के नालों घट आती है तो शेयर रीइंफोर्समेंट प्रोवाइड करने की जरूरत नहीं होंगी, बट मिनिमम शेयर रीइंफोर्समेंट हमेशा प्रोवाइड करनी है एज पर क्लॉज नंबर दिस इज द क्लॉज नंबर 40.3। ये भी आप शेयर रीइंफोर्समेंट सेम जो प्रीवियस क्लॉज के अकॉर्डिंग प्रोवाइड की सी, ये भी लिमिट स्टेट मैथड के भी सेम क्लॉज के अकॉर्डिंग ही मिनिमम शेयर रीइंफोर्समेंट प्रोवाइड करांगे। क्लॉज नंबर वही पिछे वाला सेम है, ये सेम फार्मूला लिखा हुआ है। सो दीज आर द रेफरेंसेस टू मेक द वीडियो। आई होप तुहानूं वीडियो चंगी लगी होएगी। सो नैक्सट वीडियो के विच आपां डिज़ाइन स्टैप्स नूं डिटेल दे विच पढ़ांगे। थैंक यू।